ਹੈਲੋ ਕੈਨੇਡਾ ਵੇਖ ਰਹੇ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਜੀ ਹਾਂ, ਮੌਸਮ ਜਿੱਥੇ ਗਰਮੀਆਂ ਦੇ ਆ ਗਏ ਨੇ ਉੱਥੇ ਨਾਲ ਦੀ ਨਾਲ ਇਹਨਾਂ ਮੌਸਮਾਂ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਮੌਸਮ ਨੇ ਉਹ ਵੀ ਬਦਲੀ ਹੁੰਦੇ ਨੇ। ਕਿਸੇ ਵਕਤ ਅਸੀਂ ਇੱਕ ਨਿੱਕਾ ਜਿਹੇ ਬੱਚੇ ਤੋਂ ਜਨਮ ਲੈ ਕੇ ਫਿਰ ਵੱਡੀ ਉਮਰ ਦੇ ਵੱਲ ਵੱਧਦੇ ਹਾਂ, ਜਾਂ ਜਵਾਨ ਹੋਣਾ ਜਾਂ ਸਕੂਲਿੰਗ ਕਰਨੀ ਅਤੇ ਪ੍ਰੋਫੈਸ਼ਨ 'ਚ ਜਾਣਾ ਅਤੇ ਫਿਰ ਆਪਣਾ ਇੱਕ ਪਰਿਵਾਰ ਸ਼ੁਰੂ ਕਰਨਾ। ਜੀ ਹਾਂ, ਅੱਜ ਅਸੀਂ ਇਸੇ ਪੜਾਅ ਦੀ ਜਿਹੜਾ ਆਪਣਾ ਪਰਿਵਾਰ ਸ਼ੁਰੂ ਕਰਨਾ ਹੁੰਦਾ ਜਿਸ ਪੜਾਅ ਦੇ ਉੱਤੇ ਜਾ ਕੇ ਉਸ ਦੀ ਗੱਲ ਕਰਾਂਗੇ। ਮੇਰੀ ਮੁਰਾਦ ਹੈ ਯੰਗ ਕਪਲਸ ਜਾਂ ਨਵੇਂ ਜਿਹੜੇ ਉਹ ਮਾਪੇ ਜਿਨ੍ਹਾਂ ਦੇ ਛੋਟੇ ਹਜੇ ਬੱਚੇ ਹਨ ਜਾਂ ਜਿਨ੍ਹਾਂ ਦੇ ਬੱਚੇ ਹਜੇ ਪੈਦਾ ਹੋਣ ਵਾਲੇ ਹਨ। ਸੋ ਗੱਲਬਾਤ ਕੀ ਕਰਨੀ ਹੈ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਆਪਣੇ ਫਾਈਨੈਂਸ਼ੀਅਲ ਜਿਹੜੇ ਆਸਪੈਕਟ ਨੇ ਜ਼ਿੰਦਗੀ ਦੇ ਵਿੱਚ ਪੈਸੇ ਧੇਲੇ ਨਾਲ ਸੰਬੰਧਿਤ ਜਿਹੜੀਆਂ ਤੁਹਾਡੀ ਜ਼ਿੰਦਗੀ ਨੂੰ ਜਿਹੜੇ ਵਰਤਾਰੇ ਨੇ ਉਹਨਾਂ ਨੂੰ ਤੁਸੀਂ ਆਪਣੇ ਕੰਟਰੋਲ 'ਚ ਰੱਖੋ। ਅਤੇ ਉਹਨਾਂ ਦੇ ਲਈ ਮੈਂ ਸਮਝਦਾ ਕਿ ਬੈਸਟ ਐਡਵਾਈਸ ਜਿਹੜੀ ਹੈ ਜੀ ਉਹ ਕੋਈ ਵਧੀਆ ਜਿਹੜਾ ਇੱਕ ਉਸ ਫੀਲਡ ਦਾ ਇਨਸਾਨ ਹੀ ਦੇ ਸਕਦਾ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਵਕਤ ਮੇਰੇ ਨਾਲ ਮਿਸਟਰ ਰਾਜਪਾਲ ਬਰਾੜ ਜੀ ਹਨ। ਸੋ ਆਓ ਆਪਾਂ ਉਹਨਾਂ ਤੋਂ ਹੀ ਜਾਣਦੇ ਹਾਂ ਅਤੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਰਾੜ ਸਾਹਿਬ, ਤੁਹਾਡਾ ਨਿੱਘਾ ਸਵਾਗਤ। ਜੀ ਆਇਆਂ ਨੂੰ ਹੈਲੋ ਕੈਨੇਡਾ 'ਚ। ਨਾਗਰਾ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਯੰਗ ਕਪਲਸ ਜੀ ਹੈ ਨਾ ਜੀ, ਇੱਕ ਬੜੀ ਵੱਡੀ ਜਿਹੜੀ ਇੱਕ ਤਾਦਾਦ ਦੇ ਵਿੱਚ ਜਿਹੜੇ ਸਾਡੇ ਜਿਵੇਂ ਬੱਚਿਆਂ ਦੇ ਵੱਡੇ ਹੋਣ ਤੋਂ ਬਾਅਦ ਵਿਆਹ ਦੀ ਜਿਹੜੀ ਗੱਲ ਆ, ਔਰ ਸਾਨੂੰ ਸਾਡੇ ਭਾਈਚਾਰੇ ਨੂੰ ਪਤਾ ਹੈ, ਸਾਰਿਆਂ ਨੂੰ ਪਤਾ ਹੈ ਕਿ ਇਹ ਇੱਕ ਜਿਹੜਾ ਪੜਾਅ ਹੁੰਦਾ ਹੈ ਜ਼ਿੰਦਗੀ ਦਾ, ਜਦੋਂ ਨਾ ਜੀ ਮੈਂ ਕਹਾਂਗਾ ਕਿ ਜੇ ਥੋੜ੍ਹਾ ਜਿਹਾ ਸਮਝਦਾਰੀ ਨਾਲ ਚੱਲਿਆ ਜਾਵੇ ਤਾਂ ਉੱਥੋਂ ਤੁਹਾਡੀ ਨਾ ਉਡਾਨ ਉੱਤੇ ਨੂੰ ਜਾ ਸਕਦੀ ਹੈ। ਦੈਟ ਇਜ਼ ਦਾ ਲੈਂਡਿੰਗ, ਕਹਿ ਲਓ ਨਾ ਰਨਵੇ ਹੈ ਜੀ, ਉਹ ਰਨਵੇ ਹੈ ਜੀ। ਤੋ ਇਹਦੇ ਬਾਰੇ ਸਟਾਰਟ ਮਿਲ ਸਕਦੀ ਹੈ ਐਗਜ਼ੈਕਟਲੀ। ਸੋ ਫਾਈਨੈਂਸ਼ੀਅਲ ਖੇਤਰ ਦੇ ਵਿੱਚ ਜੀ ਤੁਸੀਂ ਇਹ ਦੱਸੋ ਕਿ ਜਿਹੜੇ ਨਵੇਂ ਮਾਪੇ ਨੇ ਜਾਂ ਯੰਗ ਕਪਲ ਨੇ ਉਹਨਾਂ ਦੇ ਲਈ ਕਿਹੜੀਆਂ ਤੁਸੀਂ ਅੱਜ ਕਿਸ ਤਰ੍ਹਾਂ ਦੀ ਤੁਸੀਂ ਅੱਜ ਗੱਲਬਾਤ ਲੈ ਕੇ ਹਾਜ਼ਰ? ਜੀ ਬਿਲਕੁਲ ਨਾਗਰਾ ਸਾਹਿਬ, ਬਹੁਤ ਅੱਛਾ ਸਵਾਲ ਹੈ ਕਿਉਂਕਿ ਕੈਨੇਡਾ ਇੱਕ ਬਹੁਤ ਵਧੀਆ ਜਿਹੜਾ ਹੈਗਾ ਪਲੈਟਫਾਰਮ ਹੈ ਇੱਕ ਯੰਗ ਫੈਮਿਲੀ ਨੂੰ ਸਟਾਰਟ ਕਰਨ ਵਾਸਤੇ, ਕਿਉਂਕਿ ਉਹਦੇ ਨਾਲ ਜਿੱਥੇ ਸਾਨੂੰ ਜੌਬਸ ਓਪਰਚੁਨਿਟੀਜ਼ ਆ ਉਹਦੇ ਨਾਲ ਗਵਰਨਮੈਂਟ ਦੇ ਇਨਸੈਂਟਿਵ ਵੀ ਬਹੁਤ ਆ ਜੀ। ਫੋਰ ਐਗਜ਼ਾਮਪਲ ਕੋਈ ਜਿਹੜਾ ਨਵਾਂ ਕਪਲ ਇੱਥੇ ਆਉਂਦਾ, ਆਪਾਂ ਖਾਸ ਕਰਕੇ ਇਮੀਗ੍ਰੈਂਟ ਫੈਮਿਲੀ ਨੂੰ ਬਿਲੋਂਗ ਕਰਦੇ ਤੇ ਆਪਾਂ ਇਮੀਗ੍ਰੇਸ਼ਨ ਬਾਰੇ ਗੱਲ ਕਰਦੇ ਹਾਂ ਵੀ ਹੁਣ ਰੀਸੈਂਟਲੀ ਜਿਵੇਂ ਸਟੂਡੈਂਟਸ ਨੇ ਜਾਂ ਸਕਿਲਡ ਤੁਸੀਂ ਕੈਟਾਗਰੀ ਦੇ ਵਿੱਚ ਇੱਥੇ ਆਏ ਆ, ਤਾਂ ਕਾਫੀ ਯੰਗ ਫੈਮਲੀਆਂ ਪਿਛਲੇ 5-7 ਸਾਲਾਂ ਤੋਂ ਮਾਈਗ੍ਰੇਟ ਹੋਈਆਂ ਜੀ ਇੱਥੇ ਕੈਨੇਡਾ ਦੇ ਵਿੱਚ। ਅਤੇ ਉਹਨਾਂ ਦੇ ਅੱਗੇ ਜਿਹੜੇ ਹੈਗੇ ਆ ਆਪਦੀ ਲਾਈਫ ਸਟਾਰਟ ਕਰਦੇ ਆ ਅਤੇ ਬੱਚੇ ਹੁੰਦੇ ਆ। ਅਤੇ ਜੇ ਅਸੀਂ ਇਸ ਪਲੈਟਫਾਰਮ ਨੂੰ ਕੈਨੇਡਾ ਦੇ ਵਿੱਚ ਰਹਿ ਕੇ ਪਹਿਲੀ ਤਾਂ ਗੱਲ, ਜੇ ਮਾਂ ਪਿਓ ਆ ਯੰਗ ਆਉਂਦੇ ਆ, ਤੁਹਾਡੇ ਕੋਲ ਐਜੂਕੇਸ਼ਨ ਆਪਦੇ ਕੋਲ ਹੈਗੀ ਆ ਜੀ, ਤਾਂ ਉਹਦੇ ਨਾਲ ਕੀ ਹੈ ਕਿ ਆਉਣ ਵਾਲਾ ਸਮਾਂ ਇਹੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਲਾ ਲਓ ਤੁਸੀਂ ਜਾਂ ਟੈਕਨੋਲੋਜੀ ਲਾ ਲਓ ਤੁਸੀਂ, ਜੇ ਤੁਹਾਡੇ ਕੋਲੇ ਕੋਈ ਸਕਿੱਲ ਆ ਜਾਂ ਟ੍ਰੇਡ ਹੈਗਾ ਤਾਂ ਤੁਹਾਨੂੰ ਇੱਕ ਬਹੁਤ ਵਧੀਆ ਓਪਰਚੁਨਿਟੀ ਮਿਲ ਸਕਦੀ ਆ ਤੇ ਉਹਦੇ ਨਾਲ ਤੁਸੀਂ ਆਪਦੀ ਇੱਕ ਜ਼ਿੰਦਗੀ ਆਪਦੀ ਵਧੀਆ ਸ਼ੁਰੂਆਤ ਕਰ ਸਕਦੇ ਆ। ਤੇ ਗਾਂ ਜਿਹੜੇ ਬੱਚਿਆਂ ਨੂੰ ਵੀ ਇੱਕ ਚੰਗਾ ਪਲੇਟਫਾਰਮ ਬਣ ਜਾਂਦਾ ਜੇ ਮਾਂ ਪਿਓ ਕੋਲੇ ਅੱਛੀ ਇਨਕਮ ਹੈਗੀ ਆ ਤੇ ਉਹਨਾਂ ਦੀ ਪਰਵਰਿਸ਼ ਵੀ ਸਹੀ ਤਰੀਕੇ ਨਾਲ ਕਰ ਸਕਦੇ ਆ ਤੇ ਅੱਗੇ ਜੇ ਬੱਚਿਆਂ ਨੂੰ ਵੀ ਉਹ ਅੱਛਾ ਪਲੇਟਫਾਰਮ ਮਿਲ ਜਾਂਦਾ ਤੇ ਦੈਟ ਵਾਟ ਆਵਰ ਹਮੇਸ਼ਾ ਜਿਹੜੇ ਮਾਂ ਪਿਓ ਆ ਉਹਨਾਂ ਨੂੰ ਇਹੀ ਹੁੰਦਾ ਵੀ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਆ ਉਹਨਾਂ ਨੂੰ ਬਿਹਤਰ ਹੋਵੇ, ਖੁੱਲ੍ਹਾ ਮਾਹੌਲ ਮਿਲੇ, ਅੱਛੀਆਂ ਉਹਨਾਂ ਕੋਲੇ ਜੌਬਸ ਹੋਣ। ਸੋ ਮੈਂ ਸਮਝਦਾ ਕਿ ਤੁਸੀਂ ਬੜਾ ਅੱਛਾ ਵਿਸ਼ਾ ਜਿਹੜਾ ਵਿੱਦਿਆ ਐਜੂਕੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਛੋਹ ਦਿੱਤਾ ਹੈ। ਔਰ ਜਿੱਥੋਂ ਤੱਕ ਪੜ੍ਹਾਈ ਦੀ ਗੱਲ ਹੈ, ਜੇ ਅੱਜ ਇੱਕ ਬੱਚਾ ਪੈਦਾ ਹੁੰਦਾ ਤਾਂ ਉਹਦੀ ਜਦੋਂ ਤੱਕ ਉਹਨੇ ਯੂਨੀਵਰਸਿਟੀ ਜਾਂ ਕਾਲਜ, ਇਹਨਾਂ ਮੁਲਕਾਂ 'ਚ ਆਪਾਂ ਕਾਲਜ ਵੀ ਕਹਿ ਦਿੰਦੇ ਹਾਂ, ਯੂਨੀਵਰਸਿਟੀ ਦੇ ਵਿੱਚ ਹੀ ਉਹ ਕਾਲਜ ਵਾਲੀ ਪੜ੍ਹਾਈ ਹੁੰਦੀ ਹੈ ਜਿੱਥੇ, ਤਾਂ ਉੱਥੋਂ ਤੱਕ ਜਾਂਦੇ ਤਾਂ ਇਨਫਲੇਸ਼ਨ ਔਰ ਮਹਿੰਗਾਈ ਦੀ ਜੇਕਰ ਦਰ ਦੇਖੀਏ ਉਹ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਜੇ ਅੱਜ ਬੱਚਾ ਪੈਦਾ ਹੋ ਰਿਹਾ ਤਾਂ ਉਹਨੇ ਅਗਲੇ 18-20 ਸਾਲਾਂ 'ਚ ਉਹਨੇ ਯੂਨੀਵਰਸਿਟੀ ਜਾਣਾ ਜੀ। ਸੋ ਉਸ ਨੂੰ ਜਿਹੜੀ ਹੈ ਉਸ ਦੇ ਪ੍ਰਤੀ ਜਿਹੜਾ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਜਿਹੜਾ ਜੀ ਉਹਦੇ ਬਾਰੇ ਤੁਸੀਂ ਕੀ ਨਵੇਂ ਆਏ ਜਿਹੜੇ ਸਾਡੇ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਨਾਲ ਛੋਟੇ ਬੱਚੇ ਆਏ ਨੇ ਜਾਂ ਜਿਨ੍ਹਾਂ ਦੇ ਬੱਚੇ ਪੈਦਾ ਹੋਣੇ, ਉਹਨਾਂ ਨੂੰ ਕੀ ਕਹੋਗੇ, ਕੀ ਸੁਝਾਅ ਦਓਗੇ ਕਿ ਹੁਣ ਤੋਂ ਹੀ ਉਹ ਕੀ ਤਿਆਰੀ ਕਰਨ? ਜੀ ਬਿਲਕੁਲ ਗਰੇਵਾਲ ਸਾਹਿਬ, ਕੈਨੇਡਾ ਦੇ ਵਿੱਚ ਇੱਕ ਐਸਾ ਸਿਸਟਮ ਹੈ ਵੀ ਜਿਹੜੇ ਤੁਹਾਨੂੰ ਬੈਨੀਫਿਟਸ ਨੇ, ਜੇ ਲੋ ਇਨਕਮ ਦੇ ਵਿੱਚ ਕੋਈ ਵੀ ਇਨਸਾਨ ਇੱਥੇ ਤਾਂ ਉਹ ਗਵਰਨਮੈਂਟ ਨੇ ਉਹਦੇ ਲਈ ਇਨਸੈਂਟਿਵ ਬਣਾਏ ਨੇ ਜੀ।
ਉਹਦੇ ਤੇ ਉਹ ਚਾਹੇ ਸੋਸ਼ਲ ਅਸਿਸਟੈਂਸ ਆ, ਚਾਹੇ ਵੈਲਫੇਅਰ ਤੋਂ ਲੈ ਕੇ ਫਿਰ ਤੁਹਾਡੀ ਜਿਹੜੀ ਆਪਦੀ ਇਨਕਮ ਆ, ਚਾਹੇ ਉਹ GST ਦੇ ਬੈਨੀਫਿਟਸ ਨੇ, ਚਾਹੇ ਤੁਹਾਡਾ ਇਨਕਮ ਟੈਕਸ ਆ ਉਹਦਾ ਥ੍ਰੈਸ਼ਹੋਲਡ ਆ, ਜਿਵੇਂ ਜਿਵੇਂ ਇਨਕਮ ਜ਼ਿਆਦਾ ਉਵੇਂ ਉਵੇਂ ਟੈਕਸ ਜ਼ਿਆਦਾ, ਜੇ ਥੋੜੀ ਇਨਕਮ ਆ ਤਾਂ ਤੁਹਾਡੇ ਜਿਹੜੇ ਹੈਗੇ ਆ ਟੈਕਸ ਵੀ ਘੱਟ ਪੇ ਕਰਦੇ ਆ ਤੇ ਤੁਹਾਨੂੰ ਬੈਨੀਫਿਟਸ ਵੀ ਇਨਸੈਂਟਿਵ ਜਾਂ ਬੈਨੀਫਿਟ ਵੀ ਜ਼ਿਆਦਾ ਮਿਲਦੇ ਆ। ਔਰ ਆਪਾਂ ਹੁਣ ਇਹ ਬੱਚਿਆਂ ਦੀ ਗੱਲ ਕਰਦੇ ਆ ਕਿ ਅਗਰ ਮੈਂ ਐਗਜ਼ਾਮਪਲ ਦਿੰਨਾ ਕਿ ਯੰਗ ਫੈਮਿਲੀ ਆ 35 to 40 ਈਅਰ 올ਡ ਕਪਲ ਆ, ਉਹ ਤਕਰੀਬਨ ਸਟਾਰਟਿੰਗ ਦੇ ਵਿੱਚ ਉਹਨਾਂ ਦੀ ਤਕਰੀਬਨ 45-50 ਹਜ਼ਾਰ ਡਾਲਰ ਦੀ ਜੌਬ ਹੈ ਜੀ, ਤੇ ਉਹਨਾਂ ਨੂੰ ਤਕਰੀਬਨ ਜਿਹੜੀ ਗਵਰਨਮੈਂਟ ਆ ਕੋਈ ਤਕਰੀਬਨ ਇੱਕ ਬੱਚੇ ਦੇ ਪਿੱਛੇ ਤਕਰੀਬਨ $700 ਦਾ ਜਿਹੜਾ ਹੈਗਾ ਚਾਈਲਡ ਟੈਕਸ ਬੈਨੀਫਿਟ ਉਹਨਾਂ ਨੂੰ ਮਿਲਦਾ ਸਾਲ ਦਾ ਦਿੰਦੀ ਹੈ ਜੀ, ਸਾਲ ਦਾ ਇੱਕ ਮਹੀਨੇ ਦਾ। ਅੱਛਾ ਇੱਕ ਮਹੀਨੇ, ਸੌਰੀ ਅੱਛਾ ਬੈਨੀਫਿਟਸ ਦੀ ਗੱਲ ਹੋ ਰਹੀ ਹੈ ਜੀ, ਬਿਲਕੁਲ ਬੈਨੀਫਿਟਸ ਦੀ ਮੰਥਲੀ ਆਪਾਂ ਗੱਲ ਕਰ ਰਹੇ ਹਾਂ, ਜਾਂ ਕਹਿ ਲਓ ਵੀ ਉਹਨਾਂ ਨੂੰ ਤਕਰੀਬਨ 8,000 ਪਲੱਸ ਉਹਨਾਂ ਨੂੰ ਐਨੂਅਲੀ ਮਿਲ ਜਾਣਾ। ਬਿਲਕੁਲ, 2 ਬੱਚੇ ਹੈਗੇ ਤੁਹਾਨੂੰ $16,000 ਆਉਂਦਾ ਐਨੂਅਲੀ ਆ ਰਿਹਾ ਜੀ। ਬਿਲਕੁਲ ਜੀ। ਹੁਣ ਇੱਕ ਹੁੰਦੀ ਆ ਵੀ ਉਹ ਤੁਹਾਨੂੰ ਗਵਰਨਮੈਂਟ ਕਿਉਂ ਦਿੰਦੀ ਹੈ ਕਿ ਤੁਹਾਡਾ ਜਿਹੜਾ ਬੱਚਾ ਉਹ ਸੇਫ এনवायरमेंट ਦੇ ਵਿੱਚ ਪਲੇ, ਉਹਨਾਂ ਨੂੰ ਜਿਹੜੀਆਂ ਮੁੱਢਲੀਆਂ ਲੋੜਾਂ ਨੇ, ਚਾਹੇ ਉਹਨਾਂ ਨੂੰ ਕੱਪੜੇ ਦੀ ਆ, ਖਾਣ ਪੀਣ ਦੀ ਆ, ਉਹ ਜਦੋਂ ਤੱਕ ਉਹ 18 ਸਾਲ ਦਾ ਨਹੀਂ ਹੁੰਦਾ ਉਹ ਇਨਸੈਂਟਿਵ ਆਪਾਂ ਨੂੰ ਮਿਲਦਾ ਰਹੇ। ਠੀਕ ਹੈ। ਹੁਣ ਇਹ ਗੱਲ ਹੈ ਵੀ ਜਦੋਂ ਸਾਨੂੰ ਬੈਨੀਫਿਟ ਉਹ ਆਉਂਦੇ ਨੇ ਜੀ, ਇੱਕ ਤਾਂ ਅਸੀਂ ਹਮੇਸ਼ਾ ਹੀ ਆਪਦੇ ਬੱਚੇ ਦੇ ਭਵਿੱਖ ਬਾਰੇ ਅਸੀਂ ਕੌਸ਼ੀਅਸ ਹੁੰਨੇ ਆ। ਬਿਲਕੁਲ। ਉਹ ਜਿਹੜਾ ਇਨਸੈਂਟਿਵ ਆਉਂਦਾ, ਜਿਹੜਾ ਆਮ ਇਨਸਾਨ ਵੀ ਹੈ, ਜੇ ਸਾਨੂੰ ਇਨਸੈਂਟਿਵ ਨਹੀਂ ਵੀ ਹੁੰਦਾ ਤਾਂ ਅਸੀਂ ਆਪਦੀ ਤਿਆਰੀ ਦੇ ਨਾਲ ਬੱਚੇ ਦੀ ਪਰਵਰਿਸ਼ ਦੇ ਲਈ ਆਪਦਾ ਖਰਚਾ ਕਰਦੇ ਹੀ ਕਰਦੇ ਆ। ਬਿਲਕੁਲ। ਪਰ ਹੁਣ ਇੱਥੇ ਗਵਰਨਮੈਂਟ ਤੁਹਾਨੂੰ ਜਦੋਂ ਇਨਸੈਂਟਿਵ ਦਿੰਦੀ ਆ ਚਾਈਲਡ ਟੈਕਸ ਬੈਨੀਫਿਟਸ ਦੇ ਥਰੂ, ਤਾਂ ਇੱਕ ਤਾਂ ਹੈਗਾ ਵੀ ਤੁਸੀਂ ਉਹਨੂੰ ਪੈਸੇ ਨੂੰ ਸੇਵ ਕਰ ਲਓ ਜਾਂ ਉਡਾ ਦਿਓ ਕਿਉਂਕਿ ਡਾਈਪਰ ਤੇ ਦੁੱਧ ਤੇ ਸਾਰਾ ਕੁਝ ਤਾਂ ਫਿਰ ਵੀ ਅਸੀਂ ਦੇਣਾ ਹੁੰਦਾ, ਉਹ ਤਾਂ ਜੇ ਨਾ ਵੀ ਮਿਲਦੇ ਤਾਂ ਵੀ ਮਾਪਿਆਂ ਦੀ ਇਹ ਫਰਜ਼ ਬਣਦਾ ਜੀ ਉਹਨਾਂ ਨੇ ਦੇਣਾ ਹੁੰਦਾ। ਅੱਛਾ ਜੀ। ਉਹਦੇ ਔਨ ਟਾਪ ਕੀ ਕਰ ਸਕਦੇ, ਇੱਕ ਤਾਂ ਤੁਸੀਂ ਸੇਵ ਕਰ ਸਕਦੇ ਆ, ਦੂਸਰੀ ਚੀਜ਼ ਵੀ ਤੁਹਾਨੂੰ ਪ੍ਰੋਪਰਲੀ ਇਨਵੈਸਟ ਵੀ ਜੇ ਕੀਤਾ ਹੋਇਆ ਪੈਸਾ। ਮੈਂ ਇੱਥੇ ਆਉਣਾ ਚਾਹੁੰਦਾ ਸੀ ਕਿ ਜਿਹੜੇ ਪੈਸੇ ਆਉਂਦੇ ਨੇ ਜੀ 8,000 ਜਾਂ $8400 ਕੋਈ ਛੋਟੀ ਰਕਮ ਨਹੀਂ ਹੁੰਦੀ, ਔਰ ਜੇਕਰ ਆਪਾਂ ਸੇਵਿੰਗ ਦੀ ਗੱਲ ਕਰੀਏ ਬਰਾੜ ਸਾਹਿਬ, ਇਹ ਗੱਲ ਬਿਲਕੁਲ ਜਾਇਜ਼ ਹੈ ਕਿ ਸਾਡੇ ਬਹੁਤ ਸਾਰੇ ਦਰਸ਼ਕ ਇਸ ਦੇ ਨਾਲ ਸਹਿਮਤ ਹੋਣਗੇ ਮੇਰੀ ਇਸ ਸਟੇਟਮੈਂਟ ਦੇ ਨਾਲ ਕਿ ਭਾਵੇਂ ਅਸੀਂ ਜਿੰਨੇ ਮਰਜ਼ੀ ਕਮਾਈ ਕਰ ਲਈਏ, ਜਦੋਂ ਸੇਵਿੰਗ ਦੀ ਗੱਲ ਆਉਂਦੀ ਹੈ ਨਾ ਤਾਂ ਸੇਵਿੰਗ ਦੇ ਮਾਮਲੇ ਦੇ ਵਿੱਚ ਜਦੋਂ ਤੱਕ ਕੋਈ ਕੰਪਲਸ਼ਨ ਨਾ ਹੋਵੇ ਜਾਂ ਕੋਈ ਪਲਾਨ ਨਾ ਹੋਵੇ ਜਾਂ ਤੁਹਾਡੇ ਕੋਲ ਉਸ ਕਿਸਮ ਦੀ ਕੋਈ ਐਕਸਪਰਟੀਜ਼ ਨਾ ਹੋਵੇ, ਜਿਵੇਂ ਬਰਾੜ ਸਾਹਿਬ ਬੈਠੇ ਨੇ ਜਿਹੜਾ ਤੁਹਾਨੂੰ ਕਹੇ ਵੀ ਓਕੇ ਆ ਤੇਰੇ ਜਿਹੜੇ 5,000 ਜਾਂ 4,000 ਜਾਂ 10,000 ਜਾਂ 50,000 ਇੱਧਰ ਹੈਗੇ ਨੇ, ਇਹਨਾਂ ਨੂੰ ਭਾਈ ਇੱਥੇ ਇਨਵੈਸਟ ਕਰ। ਸੋ ਗੱਲ ਇਨਵੈਸਟਮੈਂਟ ਦੀ ਹੈ, ਤੁਸੀਂ ਆਪਣੇ ਬੱਚਿਆਂ ਦੇ ਫਿਊਚਰ ਦੇ ਵਿੱਚ ਇਨਵੈਸਟ ਕਰਨਾ ਜਾਂ ਤੁਸੀਂ ਅੱਜ ਦਾ ਭਾਵ ਜਦੋਂ ਆ ਰਹੇ ਨੇ ਤਾਂ ਤੁਸੀਂ ਅੱਜ ਉਹਨਾਂ ਨੂੰ ਯੂਜ਼ ਕਰ ਲੈਣਾ ਹੈ, ਕੰਜ਼ਿਊਮ ਕਰ ਲੈਣਾ ਹੈ, ਕੰਜ਼ੂਮੇਬਲ ਵਸਤਾਂ ਲੈ ਕੇ ਜਿਹੜੀਆਂ ਕਿ ਅਦਰਵਾਈਜ਼ ਵੀ ਅਸੀਂ ਦੁੱਧ ਪਾਣੀ ਜਿਵੇਂ ਲੈ ਕੇ ਦੇਣੇ ਸੀ। ਸੋ ਇਨਵੈਸਟਮੈਂਟ ਜਿਹੜਾ ਪੁਆਇੰਟ ਆਫ ਵਿਊ ਤੋਂ ਦੱਸੋ ਸਾਡੇ ਦਰਸ਼ਕਾਂ ਨੂੰ, ਖਾਸ ਤੌਰ ਤੇ ਨਵੇਂ ਜਿਹੜੇ ਕਪਲਸ ਨੇ, ਕਿ ਉਹ ਕਿਵੇਂ ਉਹਨੂੰ ਯੂਟੀਲਾਈਜ਼ ਕਰ ਸਕਦੇ ਨੇ ਤਾਂ ਕਿ ਉਹਨਾਂ ਨੂੰ ਫਿਊਚਰ ਦੇ ਵਿੱਚ ਉਹ ਜਿਹੜਾ ਸਿਕਿਉਰ ਕਰ ਸਕਣ ਬੱਚਿਆਂ ਦੀ ਐਜੂਕੇਸ਼ਨ। ਜੀ ਬਿਲਕੁਲ। ਪਹਿਲਾ ਇਨਸੈਂਟਿਵ ਹੈਗਾ ਜੀ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ, RESP ਦੀ ਗੱਲ ਕਰਦੇ ਆ। ਇੱਥੇ ਕਾਫੀ ਜਿਹੜੇ ਹੈਗੇ ਰਜਿਸਟਰਡ ਪਲਾਨਸ ਨੇ ਗਵਰਨਮੈਂਟ ਵੱਲੋਂ, ਇਹ ਬੱਚਿਆਂ ਦੇ ਲਈ ਆ, ਤੁਹਾਡੀ ਰਿਟਾਇਰਮੈਂਟ ਦੇ ਵੱਲ RRSP ਆ, ਤੇ ਉਹਦੇ ਨਾਲ ਟੈਕਸ ਫ੍ਰੀ ਸੇਵਿੰਗ ਅਕਾਊਂਟਸ ਨੇ ਜਿਹਨੂੰ ਆਪਾਂ TFSA ਕਹਿ ਦਿੰਦੇ ਆ। ਸੋ ਪਹਿਲੇ ਬੱਚਿਆਂ ਦੀ ਗੱਲ ਚੱਲਦੀ ਆ ਵੀ ਜੇ ਤੁਸੀਂ ਉਹੀ ਜਿਹੜਾ ਤੁਹਾਡਾ ਬੈਨੀਫਿਟ ਆਉਂਦਾ ਹੈ $700 ਆਉਂਦਾ ਜਾਂ 2 ਬੱਚੇ ਆ $1,400 ਤੁਹਾਨੂੰ ਮਹੀਨੇ ਦਾ ਆਉਂਦਾ, ਉਹਦੇ 'ਚ ਆਪਣਾ ਨਾਗਰਾ ਸਾਹਿਬ ਕਿ RESP ਦੇ ਵਿੱਚ ਜੇ ਤੁਸੀਂ $208 ਵੀ ਉਹਦੇ ਚੋਂ ਪਾ ਦਿੰਦੇ ਜਿਹੜਾ ਤੁਹਾਨੂੰ 700 ਆਉਂਦਾ, ਫਿਰ ਤਾਂ ਤੁਹਾਨੂੰ ਫੁੱਲ ਫਲੈਜ ਸਾਲ ਦੇ ਉੱਤੇ $2,500 ਤੁਹਾਡਾ ਸੇਵ ਹੋ ਗਿਆ। ਹਾਂਜੀ। ਉਹਦੇ ਉੱਪਰ 20% ਐਟਲੀਸਟ ਮਿਨੀਮਮ ਗਵਰਨਮੈਂਟ ਨੇ ਹੋਰ ਐਡ ਕਰ ਦੇਣਾ, ਤੁਹਾਨੂੰ ਇਨਸੈਂਟਿਵ ਦੇ ਦੇਣਾ, ਐਂਡ ਇਟਸ ਟੈਕਸ ਫ੍ਰੀ, ਔਰ ਇਹ ਚੱਲਣਾ ਵੀ ਕਈ ਸਾਲ ਹੈ ਜੀ, ਕਈ ਸਾਲ ਚੱਲਣਾ। ਉਸ ਤੋਂ ਬਾਅਦ ਜੇ ਤੁਹਾਡਾ ਇਨਕਮ ਦਾ ਥ੍ਰੈਸ਼ਹੋਲਡ ਜਿਵੇਂ ਮੈਂ ਦੱਸਿਆ ਵੀ ਜੇ 40-45 ਹਜ਼ਾਰ ਦੀ ਇਨਕਮ ਦੇ ਵਿੱਚ ਤੁਸੀਂ ਰਹਿੰਦੇ ਆ, ਉਹਦੇ 'ਚ ਚਾਈਲਡ ਟੈਕਸ ਬੈਨੀਫਿਟ ਜਿਹੜਾ ਹੈਗਾ ਕੈਨੇਡਾ ਲਰਨਿੰਗ ਬੌਂਡ ਜਿਹੜਾ ਹੈਗਾ ਉਹ ਗਵਰਨਮੈਂਟ ਨੇ ਹੋਰ ਉੱਤੇ ਐਡ ਕਰ ਦੇਣਾ, ਉਹਦੇ ਪੈਸੇ ਹੋਰ ਦੇਣਗੇ। ਹਾਂਜੀ ਬਿਲਕੁਲ। ਇੱਕ ਤੁਹਾਡੀ ਸੇਵਿੰਗ ਹੋਗੀ ਪਲਾਨ ਖੋਲ੍ਹਣ ਦੇ ਨਾਲ, ਉਹਦੇ 'ਚ ਕੀ ਹੈ ਕਿ ਤੁਸੀਂ ਸਿਰਫ ਉਹ ਜਿਹੜਾ ਸੇਵਿੰਗ ਅਕਾਊਂਟ ਆ ਤੁਹਾਡਾ ਜਾਂ ਚੈਕਿੰਗ ਅਕਾਊਂਟ, ਉਹ ਤੁਸੀਂ ਸਿਰਫ ਪੈਸਾ ਸ਼ਿਫਟ ਕਰਨਾ RESP ਦੇ ਵਿੱਚ, ਉਹਦੇ 'ਚ ਤੁਹਾਨੂੰ ਗਵਰਨਮੈਂਟ ਗ੍ਰਾਂਟ ਆ ਜਾਣੀ ਆ, ਕੈਨੇਡਾ ਲਰਨਿੰਗ ਬੌਂਡ ਆ ਜਾਣਾ ਔਨ ਟਾਪ ਪੈਸੇ। ਤੀਜੀ ਚੀਜ਼ ਤੇ ਉਹ ਪੈਸਾ ਤੁਹਾਡਾ ਇਨਵੈਸਟ ਹੋਣਾ ਮਾਰਕੀਟ ਦੇ ਵਿੱਚ, ਉਹ ਤੁਹਾਡੇ ਤੇ ਆ ਵੀ ਤੁਸੀਂ ਕਿੰਨਾ ਕੁ ਤੁਹਾਡਾ ਜਿਹੜਾ ਹੈਗਾ ਜਿਹੜਾ ਰਿਸਕ ਫੈਕਟਰ ਹੈਗਾ ਤੁਹਾਡੇ ਕੋਲੇ, ਕਿੰਨਾ ਟਾਈਮ ਹੋਰਾਈਜ਼ਨ ਹੈਗਾ ਉਹਦੇ ਹਿਸਾਬ ਨਾਲ ਤੁਸੀਂ ਜਾਂ ਉਹਨੂੰ ਸਿਕਿਉਰ ਫੰਡਸ ਦੇ ਵਿੱਚ ਵੀ ਲਾ ਸਕਦੇ ਆ,
ਤੁਸੀਂ ਉਹਨੂੰ ਥੋੜਾ ਬਹੁਤਾ ਰਿਸਕ ਲੈ ਕੇ ਤੁਹਾਨੂੰ ਜਿਹੜਾ ਰਿਸਕ ਐਂਡ ਰਿਵਾਰਡ ਦੇ ਨਾਲ ਤੁਹਾਨੂੰ ਰਿਟਰਨ ਵੀ ਜ਼ਿਆਦਾ ਆ ਸਕਦੀ ਹੈ, ਕਿਉਂਕਿ ਸਾਡੇ ਕੋਲ ਟਾਈਮ ਫਰੇਮ ਕਾਫੀ ਹੈਗਾ, ਲੰਬਾ ਸਾਲ। ਹਾਂਜੀ ਬਿਲਕੁਲ। ਉਹਦੇ ਨਾਲ ਤੁਹਾਨੂੰ ਮਾਰਕੀਟ ਦੀ ਰਿਟਰਨ ਵੀ ਆ ਜਾਣੀ ਹੈ। ਇੱਥੇ ਬਿਲਕੁਲ ਤੁਹਾਡੀ ਗੱਲ ਬੜੀ ਵਧੀਆ ਤੁਸੀਂ ਆਖੀ ਹੈ। ਜਿਹੜੀ ਅਕਸਰ ਜਿਹੜੀ RESP ਦੀ ਜਦੋਂ ਤੁਸੀਂ ਗੱਲ ਕਰ ਰਹੇ ਹੋ, ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਦੀ, ਉਹਦੇ 'ਚ ਗੌਰਮੈਂਟ ਦਾ ਜਿਹੜਾ ਇਨਪੁਟ ਜਾਂ ਗੌਰਮੈਂਟ ਦੇ ਵੱਲੋਂ ਜਿਹੜਾ ਉਹ ਤਾਂ ਹੈ ਹੀ ਹੈ। ਜਿਹੜਾ ਇੱਕ ਤੁਸੀਂ ਕੈਨੇਡਾ ਲਰਨਿੰਗ ਵਾਲਾ ਜਿਹੜਾ ਇੱਕ ਦੱਸਿਆ ਹੈ, ਇਹ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਇਹ ਜਿਹੜੀਆਂ ਸਾਰੀਆਂ ਸਹੂਲਤਾਂ ਜਾਂ ਜਿਹੜੇ ਸਾਰੇ ਬੈਨੀਫਿਟਸ ਨੇ ਜੀ, ਕੀ ਇਹ RESP ਜਦੋਂ ਤੁਹਾਡੇ ਕੋਲ ਆ ਕੇ ਕਰਵਾਈ ਜਾਂਦੀ ਹੈ ਉਦੋਂ ਹੀ ਉਹਦੇ ਨਾਲ ਐਡ ਅਪ ਤੁਸੀਂ ਕਰਦੇ ਹੋ, ਜਾਂ ਇਹਦੇ ਲਈ ਵੀ ਕੋਈ ਕ੍ਰਾਈਟੇਰੀਆ ਕਿ ਪੇਰੈਂਟਸ ਦੀ ਇਨਕਮ ਇੱਕ ਸਰਟਨ ਲੈਵਲ ਤੇ ਹੋਣੀ ਚਾਹੀਦੀ ਹੈ? ਜੇਕਰ ਉਸ ਤੋਂ ਉੱਤੇ ਜਾਂਦੀ ਹੈ ਤਾਂ ਆਹ ਚੀਜ਼ ਇਨਸੈਂਟਿਵ ਸ਼ਾਇਦ ਘੱਟ ਵੀ ਜਾਂਦੇ ਨੇ, ਜਦੋਂ ਤੱਕ ਮੇਰਾ ਖਿਆਲ ਹੈ। ਇਹਦੇ ਬਾਰੇ ਥੋੜਾ ਜਿਹਾ ਕਲੈਰੀਫਾਈ ਕਰੋ। ਗੁੱਡ ਕੁਐਸਚਨ ਹੈ ਆਪਣਾ ਨਾਗਰ ਸਾਹਿਬ। ਜੀ ਕੋਈ ਨਹੀਂ। ਇਹਦੇ 'ਚ ਇਨਕਮ ਦੇ ਨਾਲ ਕੀ ਹੈ ਕਿ ਤੁਹਾਨੂੰ ਜਿਹੜਾ ਚਾਈਲਡ ਟੈਕਸ ਬੈਨੀਫਿਟ ਆ ਉਹ ਵੀ ਇਨਕਮ ਥ੍ਰੈਸ਼ਹੋਲਡ ਤੇ ਡਿਪੈਂਡ ਕਰਦਾ ਜੀ। ਜਿਵੇਂ ਮੈਂ ਆਪਾਂ ਪਹਿਲਾਂ ਹੀ ਦੱਸਿਆ ਵੀ ਜੇ 45 ਤੋਂ $50,000 ਦੀ ਪਰ ਪੇਰੈਂਟ ਇਨਕਮ ਹੈ ਤੇ ਤੁਹਾਨੂੰ ਇਨਸੈਂਟਿਵ ਇੰਨਾ ਆਏਗਾ। ਅਗਰ ਜ਼ਿਆਦਾ ਇਨਕਮ ਹੈ ਤਾਂ ਗਵਰਨਮੈਂਟ ਕਹਿੰਦੀ ਹੈ ਵੀ ਤੁਸੀਂ ਤਾਂ ਸੈਲਫ ਸਫੀਸ਼ੀਐਂਟ ਹੋ ਤੇ ਤੁਹਾਨੂੰ ਬੈਨੀਫਿਟਸ ਦੀ ਜ਼ਰੂਰਤ ਨਹੀਂ, ਕਿਉਂਕਿ ਬਾਕੀਆਂ ਦੇ ਲਈ। ਬਿਲਕੁਲ ਬਿਲਕੁਲ। ਤਾਂ ਇਹਦੇ 'ਚ ਇਹ ਆਪਾਂ ਇੱਕ ਮਿਡਲ ਕਲਾਸ ਦੀ ਗੱਲ ਕਰਦੇ ਹਾਂ, ਆਮ ਜਿਹੜਾ ਨਵਾਂ ਕਪਲ ਆਇਆ ਜਾਂ ਆਪਦੇ ਕੈਰੀਅਰ ਦੀ ਸ਼ੁਰੂਆਤ ਕਰ ਰਿਹਾ, ਕਿਉਂਕਿ ਟਾਈਮ ਵੈਲਿਊ ਆਫ ਮਨੀ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ। ਕਈ ਵਾਰੀ ਕੀ ਹੈ ਕਿ ਅਸੀਂ ਕੈਰੀਅਰ ਦੇ ਸਟਾਰਟ 'ਚ ਹੁੰਦੇ ਆ, ਸਾਨੂੰ ਪੈਸਾ ਜ਼ਿਆਦਾ ਆਉਂਦਾ, ਬੈਨੀਫਿਟਸ ਵੱਧ ਆਉਂਦੇ ਨੇ, ਪਰ ਅਸੀਂ ਉਦੋਂ ਕੁਝ ਨਹੀਂ ਕਰਦੇ, ਉਹਨੂੰ ਪ੍ਰੋਕ੍ਰੈਸਟੀਨੇਟ ਕਰਦੇ ਆ ਅਸੀਂ, ਤੇ ਉਹ ਜਿਹੜਾ ਪੈਸਾ ਅਸੀਂ ਇੱਧਰ ਉੱਧਰ ਖਰਚ ਕਰ ਦਿੰਦੇ ਆ। ਪਰ ਆਮ ਅਕਸਰ ਤੌਰ ਤੇ ਇਹ ਕੀਤਾ ਗਿਆ ਕਿ ਤੁਹਾਡਾ ਜਿਹੜਾ ਇੱਕ ਪਲਾਨ ਬਣਾਇਆ, ਡਿਸਿਪਲਿਨ ਤੇ ਉਹਨੂੰ ਪਰਸਿਸਟੈਂਟਲੀ ਤੁਸੀਂ ਜਿਹੜਾ ਹੈਗਾ ਰੈਗੂਲਰਲੀ ਉਹਨੂੰ ਕਰਦੇ ਰਹੋ, ਤਾਂ ਤੁਹਾਡੀ ਰਕਮ ਆ ਜਿਹੜੀ, ਚਾਹੇ ਤੁਸੀਂ ਥੋੜੇ ਤੋਂ ਸਟਾਰਟ ਕਰੋ, ਤੁਹਾਡੇ ਕੋਲ ਟਾਈਮ ਫਰੇਮ ਹੈਗਾ, ਟਾਈਮ ਹੋਰਾਈਜ਼ਨ ਹੈਗਾ, ਤਾਂ ਉਹ ਰਕਮ ਬਹੁਤ ਜ਼ਿਆਦਾ ਬਣ ਜਾਂਦੀ ਹੈ। ਰੈਦਰ ਕਿ ਤੁਸੀਂ ਪਹਿਲੇ ਸਾਲਾਂ ਦੇ ਵਿੱਚ ਕੁਝ ਨਹੀਂ ਕਰਦੇ ਤੇ ਐਂਡ ਤੇ ਜਾ ਕੇ ਜਦੋਂ ਬੱਚਾ ਯੂਨੀਵਰਸਿਟੀ ਵਗੈਰਾ ਜਾਣ ਦੀ ਤਿਆਰੀ ਕਰ ਰਿਹਾ, ਕਿੰਨੇ ਪੈਸੇ ਤੁਹਾਡੇ ਆ ਜਾਂਦੇ ਨੇ ਔਰ ਉਹ ਕਿੰਨੇ ਪੈਸੇ ਮਿਲਦੇ ਨੇ, ਇਹਦੇ ਬਾਰੇ ਤੁਸੀਂ ਸਾਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਔਰ ਇਹ ਤੁਸੀਂ ਵੀ ਕੀਤੇ ਹੋਣਗੇ। ਔਰ ਅੱਜ ਦੇ ਦਿਨ ਜਿਹੜੀ ਐਜੂਕੇਸ਼ਨ ਹੈ ਉਹ ਅਸੀਂ ਅਗਲੇ ਹਿੱਸੇ ਦੇ ਵਿੱਚ ਦੱਸਾਂਗੇ ਕਿ ਕਿੰਨੀ ਮਹਿੰਗੀ ਯੂਨੀਵਰਸਿਟੀ ਦੀ ਅੱਜ ਤੋਂ 20 ਸਾਲਾਂ ਨੂੰ ਹੋਣ ਜਾ ਰਹੀ ਹੈ, ਇਨਫਲੇਸ਼ਨ ਦਾ ਰੇਟ ਆਫ ਇਨਫਲੇਸ਼ਨ ਨੂੰ ਦੇਖਦੇ ਹੋਏ। ਸੋ ਤੁਸੀਂ ਬਣੇ ਰਹੋ ਹੈਲੋ ਕੈਨੇਡਾ ਦੇ ਨਾਲ, ਤੇ ਵਾਪਸ ਆਉਂਦੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਹੈਲੋ ਕੈਨੇਡਾ ਦੇ ਵਿੱਚ ਇੱਕ ਵਾਰੀ ਫਿਰ ਆਪ ਜੀ ਦਾ ਨਿੱਘਾ ਸਵਾਗਤ। ਅੱਜ ਦੀ ਗੱਲਬਾਤ ਦਾ ਸਿਲਸਿਲਾ ਅਸੀਂ ਅੱਗੇ ਤੋਰਦੇ ਹਾਂ ਔਰ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਹਨ ਰਾਜਪਾਲ ਬਰਾੜ ਜੀ। ਬਰਾੜ ਸਾਹਿਬ, ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੱਲਬਾਤ ਬਰਾੜ ਸਾਹਿਬ ਤੁਸੀਂ ਕਰ ਰਹੇ ਸੀ ਬੱਚਿਆਂ ਦੀ ਪੜ੍ਹਾਈ ਦੀ, ਔਰ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀ ਪੜ੍ਹਾਈ ਦਾ 1 ਸਾਲ ਦਾ ਜਿਹੜਾ ਬੱਚਿਆਂ ਦਾ ਖਰਚਾ ਹੈ ਜੀ, ਇਹ ਕੋਈ ਅਤਕਥਨੀ ਨਹੀਂ। ਜੇਕਰ $1 ਲੱਖ ਵੀ ਹੋ ਗਿਆ ਤਾਂ ਇਹ ਨਾ ਸਮਝੋ ਕਿ ਬਹੁਤ ਜ਼ਿਆਦਾ ਰਕਮ ਹੈ। ਉਦੋਂ $1 ਲੱਖ ਦੀ ਡੀਵੈਲੂਏਸ਼ਨ ਜਿਹੜੀ ਮਨੀ ਦੀ ਹੋ ਜਾਣੀ ਹੈ, ਇਨਫਲੇਸ਼ਨ ਹੋ ਜਾਣੀ ਹੈ। ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਇਹ ਲੈ ਕੇ ਚੱਲੋ ਕਿ ਆਉਣ ਵਾਲੇ 20 ਸਾਲਾਂ ਬਾਅਦ ਜਿਹੜਾ ਨਾ ਜੀ $500,000 ਸਿਰਫ ਕਾਲਜ ਦੀ ਇੱਕ ਡਿਗਰੀ ਦੇ ਵਾਸਤੇ ਹੋ ਸਕਦਾ ਹੈ। ਤੋ ਇਹ ਜਿਹੜਾ ਜੀ ਉਹਦੇ ਉੱਤੇ ਅੱਜ ਹੀ ਕਿਵੇਂ ਅਸੀਂ ਕੰਟਰੋਲ ਕਰਨਾ, ਕਿਉਂਕਿ ਅੱਜ ਇਹ ਰਕਮ ਬੜੀ ਵੱਡੀ ਲੱਗਦੀ ਹੈ। ਅੱਜ ਜਿਵੇਂ ਪਹਿਲੇ ਸਮਿਆਂ 'ਚ ਨਾ $50,000 ਜਾਂ $1,00,000 ਬੜੀ ਵੱਡੀ ਰਕਮ ਹੁੰਦੀ ਸੀ ਜੀ, ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀ ਇਹ $500,000 ਜਾਂ $1 ਮਿਲੀਅਨ ਜਿਹੜਾ ਜੀ 4 ਸਾਲ ਦੀ ਪੜ੍ਹਾਈ ਦੇ ਉੱਤੇ ਉਹ ਇੱਕ ਮਾਮੂਲੀ ਜਿਹਾ ਲੱਗੇਗਾ। ਲੇਕਿਨ ਅੱਜ ਅਸੀਂ ਉਹਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ, ਕਿਵੇਂ ਅਸੀਂ ਯਕੀਨੀ ਕਰ ਸਕਦੇ ਹਾਂ ਕਿ ਸਾਡੇ ਬੱਚਿਆਂ ਦੇ ਲਈ ਮਾਪਿਆਂ ਦੇ ਕੋਲ ਜਿਹੜਾ ਜੀ ਇੰਨਾ ਫੰਡ ਹੋਣਗੇ 20 ਸਾਲਾਂ ਤੱਕ? ਬਿਲਕੁਲ ਨਾਗਰਾ ਸਾਹਿਬ, ਜਿਵੇਂ ਪਹਿਲਾਂ ਦੱਸਿਆ ਵੀ ਜਿਹੜੇ ਚਾਈਲਡ ਟੈਕਸ ਬੈਨੀਫਿਟ ਆ ਤੁਸੀਂ ਉਹਨੂੰ ਪ੍ਰੋਪਰਲੀ ਚੈਨਲਾਈਜ਼ ਕਰਦੇ ਆ, ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਇਨਫਲੇਸ਼ਨ ਆ, ਜਿਹੜੀ ਐਜੂਕੇਸ਼ਨ ਦੀ ਇਨਫਲੇਸ਼ਨ ਆ ਜੀ ਇਸ ਵਕਤ ਤਕਰੀਬਨ 11% ਦੇ ਹਿਸਾਬ ਨਾਲ ਹਰ ਸਾਲ ਐਨੂਅਲੀ ਮਹਿੰਗਾਈ ਵੱਧ ਰਹੀ ਆ। ਇਹ ਜਦੋਂ ਕਿ ਸਾਡੀ ਇਨਫਲੇਸ਼ਨ 2% ਸੀ। ਅੱਜ ਜੇ ਸਾਡੀ ਇਨਫਲੇਸ਼ਨ 4 ਤੋਂ 6% ਦੇ ਵਿੱਚ ਆ, ਤਾਂ ਓਬਵੀਅਸਲੀ ਜਿਹੜੀ ਵੇਜ ਇਨਫਲੇਸ਼ਨ ਦੇ ਨਾਲ ਕੋਈ ਵੀ ਜਿਹੜਾ ਸਕਿਲਡ ਆ ਟ੍ਰੇਡ ਬੰਦਾ, ਅੱਜ ਦੇਖੋ ਤੁਸੀਂ ਵੈਸਟ ਜੈਟ ਦੀ ਜਿਹੜੀ ਹੈਗੀ ਆ ਉਹਨਾਂ ਨੇ ਹੜਤਾਲ ਕੀਤੀ ਸੀਗੀ, ਸਾਡਾ ਵੇਜਸ ਇਨਕਰੀਜ਼ ਕੀਤੀ ਜਾਵੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਦਾ, ਕਿਉਂਕਿ ਜੀ ਇਨਫਲੇਸ਼ਨ ਆ ਜਿਹੜੀ ਮਹਿੰਗਾਈ ਵੱਧ ਇੰਨੀ ਗਈ ਆ ਕਿ ਆਮ ਬੰਦਾ ਉਹ ਜਿਹੜਾ ਆਪਦਾ ਜ਼ਿੰਦਗੀ ਦੇ ਵਿੱਚ ਰੋਜ਼ਮਰਾ ਦੀਆਂ ਜ਼ਿੰਦਗੀਆਂ ਦੇ ਵਿੱਚ ਜਿਹੜਾ ਕੰਮ ਜ਼ਰੂਰਤਾਂ ਉਹਨਾਂ ਨੂੰ ਪੂਰਾ ਨਹੀਂ ਕਰ ਸਕਦਾਗਾ ਜੀ। ਤਾਂ ਇਹ ਜੇ ਅੱਜ ਅਸੀਂ ਸਟੈਪ ਨਹੀਂ ਲੈਂਦੇਗੇ ਆਪਦੇ ਬੱਚਿਆਂ ਦੇ ਭਵਿੱਖ ਦੇ ਲਈ,
ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਅੱਜ ਮੇਰੀਆਂ 2 ਬੇਟੀਆਂ ਪਹਿਲਾ ਸਾਲ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਕੀਤਾ, ਤਾਂ ਤਕਰੀਬਨ ਮੈਨੂੰ ਜਾਣੀ ਜੀ $50,000 ਉਹਦੀ ਜ਼ਰੂਰਤ ਸੀ। ਬਿਲਕੁਲ ਉਹਦੇ ਨਾਲ ਹਾਂ ਤੁਹਾਨੂੰ OSAP ਦੀ ਵੀ ਹੁੰਦੀ ਆ, ਪਰ ਉਹ ਸਾਰਾ ਡਿਪੈਂਡ ਕਰਦਾ ਵੀ ਤੁਹਾਡੀ ਜੇ ਇਨਕਮ ਜ਼ਿਆਦਾ ਤੁਹਾਨੂੰ OSAP ਵੀ ਨਹੀਂ ਮਿਲਦੀ, ਠੀਕ ਹੈ ਜੀ। ਫਿਰ ਇਹ ਇੱਕ ਬੜਾ ਮਿਥ ਹੈਗਾ ਜੀ ਵੀ ਜੇ ਸਾਡੇ ਕੋਲੇ RESP ਦੇ ਪੈਸੇ ਹੋਣਗੇ ਸਾਨੂੰ OSAP ਅਸੀਂ ਅਪਲਾਈ ਨਹੀਂ ਕਰਦੇ। RESP ਦਾ ਪੈਸਾ ਕਾਊਂਟ ਨਹੀਂ ਹੁੰਦਾ ਜੀ, ਤੁਸੀਂ ਸਟਿਲ OSAP ਲਈ ਜਿਹੜਾ ਹੈਗਾ ਅਪਲਾਈ ਕਰ ਸਕਦੇ ਹੋ, ਉਹ ਤੁਹਾਡਾ ਸਪਲੀਮੈਂਟਰੀ ਹੋ ਜਾਂਦਾ। ਤਾਂ ਇਹਨੂੰ ਕਈ ਲੋਕ ਇਹ ਮਿਥ ਕਰਕੇ ਕਿ ਜੀ ਕੱਲ ਨੂੰ ਅਸੀਂ ਲੋਨ ਲੈ ਸਕਦੇ ਬੱਚੇ ਦਾ। ਹੁਣ ਦੇਖੋ ਲੋਨ ਜਦੋਂ ਕੋਈ ਵੀ ਬੱਚਾ ਡਾਕਟਰੀ ਕਰਕੇ ਬਾਹਰ ਨਿਕਲਦਾ ਜਾਂ ਉਹ ਮੈਡੀਕਲ ਡਾਕਟਰ ਹੈ, ਇੰਜੀਨੀਅਰ ਹੈ, ਉਹ 'ਚ ਕਰਜ਼ਾ ਹੁੰਦਾ ਜੀ, 4-4 5-5 6-6 ਲੱਖ ਡਾਲਰ ਉਹਨਾਂ ਤੇ ਕਰਜ਼ਾ ਹੁੰਦਾ। ਤਾਂ ਪਹਿਲਾਂ ਹੀ ਵੈਸੇ ਬੱਚਾ ਜਿਹੜਾ ਹੈਗਾ ਡਿਪਰੈਸ ਹੋ ਜਾਂਦਾ ਵੀ ਜਿਹੜੀ ਉਹਨਾਂ ਦੀ ਇਹ ਉਹਨਾਂ ਬੱਚਿਆਂ ਦੇ ਉਹਨਾਂ ਮਾਪਿਆਂ ਦੇ ਲਈ ਜਿਹੜੇ ਮਾਪੇ ਅੱਜ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਕੋਈ ਇੰਤਜ਼ਾਮ ਨਹੀਂ ਕਰਦੇ। ਔਰ ਜਿਹੜੀ ਤੁਸੀਂ ਰਕਮ ਦੀ ਗੱਲ ਕਰ ਰਹੇ ਹੋ $200-250 ਦੀ ਜਿਹੜੀ ਮਹੀਨੇ ਦੀ ਰਕਮ ਹੈ, ਮੇਰੇ ਖਿਆਲ ਦੇ ਵਿੱਚ ਇਹ ਤੋਂ ਵੱਧ ਤਾਂ ਤੁਸੀਂ ਕੌਫੀਆਂ ਪੀ ਜਾਂਦੇ ਹੋ ਜੀ। ਤਾਂ ਉਹ ਜਿਹੜੀ ਕੌਫੀ ਮਨੀ ਹੈ ਜਾਂ ਇਹ ਕਹਿ ਲਓ ਕਿ ਉਹ ਪੈਸੇ ਤਾਂ ਤੁਸੀਂ ਕਮਾਉਣੇ ਵੀ ਨਹੀਂ, ਤੁਹਾਡੇ ਬੱਚੇ ਨੂੰ ਗਵਰਨਮੈਂਟ ਨੇ ਦੇ ਦੇਣੇ, $700-800 ਦੇ ਹੀ ਰਹੀ ਹੈ ਜੀ। ਬਿਲਕੁਲ ਉਹਦੇ ਵਿੱਚੋਂ ਤੁਸੀਂ ਕੱਢ ਕੇ ਜਿਹੜੇ ਨੇ ਜੀ ਉਹ ਬੱਚੇ ਦੀ ਐਜੂਕੇਸ਼ਨ ਦੇ ਫੰਡਸ ਔਰ ਇਨਵੈਸਟਮੈਂਟ, ਜਿਵੇਂ ਅੱਗੇ ਪਿਛਲੇ ਪ੍ਰੋਗਰਾਮ ਦੇ ਵਿੱਚ ਹੀ ਥੋੜੀ ਦੇਰ ਪਹਿਲਾਂ ਦੱਸਿਆ ਸੀ ਬਰਾੜ ਸਾਹਿਬ ਨੇ, ਸੋ ਇਹ ਸਿਰਫ ਆਪਣੇ ਆਪ ਨੂੰ ਥੋੜਾ ਜਿਹਾ ਚੁਕੰਨੇ ਕਰਕੇ ਤੇ ਥੋੜਾ ਜਿਹਾ ਆਪਣੇ ਆਪ ਨੂੰ ਇਸ ਬਾਰੇ ਸੁਚੇਤ ਹੋ ਕੇ ਤੇ ਤੁਹਾਡੇ ਕੋਲੋਂ ਨੌਲੇਜ ਜਿਹੜੀ ਹੈ ਲੈ ਕੇ ਜਿਹੜਾ ਇਹ ਜਿਹੜੇ ਪ੍ਰੋਡਕਟ ਹੈ, ਜਿਹੜੀਆਂ ਸਕੀਮ ਜਾਂ ਜਿਹੜੀਆਂ ਇਨਸੈਂਟਿਵ ਬੈਨੀਫਿਟਸ ਨੇ, ਉਹਨਾਂ ਦੇ ਵਿੱਚ ਜ਼ਰੂਰ ਆਓ। ਤੇ ਬਰਾੜ ਸਾਹਿਬ ਹਾਂਜੀ ਤੁਸੀਂ ਦੱਸ ਰਹੇ ਸੀ। ਹਾਂਜੀ, ਸੋ ਨਾਗਰਾ ਸਾਹਿਬ ਇਹੀ ਚੀਜ਼ ਹੈ ਕਿ ਤੁਸੀਂ ਪ੍ਰੋਪਰ ਤਰੀਕੇ ਨਾਲ ਇਹਨਾਂ ਨੂੰ ਜੇ RESP ਅੱਜ ਬੱਚੇ ਦੀ ਖੋਲ੍ਹ ਦਿੰਦੇ ਆ, ਉਹਦੇ ਵਿੱਚ ਤੁਹਾਡੀ ਗਵਰਨਮੈਂਟ ਗ੍ਰਾਂਟ ਫ੍ਰੀ 'ਚ ਕੈਨੇਡਾ ਲਰਨਿੰਗ ਬੌਂਡ ਤੇ ਇਨਵੈਸਟਮੈਂਟ ਦੇ ਨਾਲ ਉਹਦੇ 'ਚ ਤੁਸੀਂ ਆਪ ਦਾ ਪੈਸਾ $50,000 ਤੱਕ ਪਾ ਸਕਦੇ ਆ। ਤਾਂ ਤਕਰੀਬਨ ਇਹ $1,00,000 ਦੇ ਨੇੜੇ ਤੁਸੀਂ 18-20 ਸਾਲਾਂ 'ਚ ਬੱਚੇ ਦਾ ਜਿਹੜਾ ਹੈਗਾ ਮਿਨੀਮਮ ਜੋੜ ਲੈਂਦੇ ਆ ਜੀ। ਤੇ ਉਹਦੇ ਨਾਲ ਇਹ ਹੁਣ ਅਸੀਂ ਸਿਰਫ ਇਹਦੇ 'ਚ ਸਿਰਫ $200 ਦੀ ਜਾਂ $250 ਦੀ ਗੱਲ ਕੀਤੀ ਹੈ। ਤੁਹਾਨੂੰ ਜੇ ਤੁਹਾਨੂੰ ਜੇ ਇਨਸੈਂਟਿਵ ਅੱਜ $700 ਦਾ ਆਉਂਦਾ ਤਾਂ ਦੇਅਰ ਆਰ ਕਪਲ ਅਦਰ ਟੂਲਸ ਮਾਰਕੀਟ ਦੇ ਵਿੱਚ ਹੈਗੇ ਆ, ਜਿਵੇਂ ਉਹਨਾਂ ਦੀ ਹੋਲ ਲਾਈਫ ਪਲਾਨਸ ਤੁਸੀਂ ਖੋਲ ਦਿਓ। ਅੱਛਾ ਜੀ। ਆਮ ਤੌਰ ਤੇ ਜਦੋਂ ਅਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਆ ਤਾਂ ਉਹ ਜਿਹੜਾ ਪੇਰੈਂਟਸ ਆ ਉਹ ਕਹਿੰਦੇ ਵੀ ਜੀ ਸਾਨੂੰ ਇੰਸ਼ੋਰੈਂਸ ਦੀ ਬੱਚੇ ਤੇ ਕੀ ਲੋੜ ਹੈਗੀ ਆ। ਉਹਦੇ ਨਾਗਰਾ ਸਾਹਿਬ 2-3 ਫਾਇਦੇ ਤੁਹਾਨੂੰ ਇਹ ਹੁੰਦੇ ਨੇ, ਕਿਉਂਕਿ ਅੱਜ ਕੱਲ੍ਹ ਅਸੀਂ ਹੈਰੀਡਿਟਰੀ ਫੋਰ ਐਗਜ਼ਾਮਪਲ ਇੱਕ ਡਾਇਬੈਟਿਕ ਆ ਰੋਗ, ਠੀਕ ਆ ਜੀ, ਆਟੋ ਇਮਿਊਨ ਡਿਜ਼ੀਜ਼ ਏ, ਉਹ ਹੈਰੀਡਿਟਰੀ ਤੁਹਾਡੀ ਫੈਮਿਲੀ ਦੇ ਵਿੱਚ ਆਉਂਦੇ ਨੇ। ਜਦੋਂ ਤੁਹਾਨੂੰ ਪਲਾਨ ਲੇਟਰ ਏਜ ਦੇ ਵਿੱਚ ਕਈ ਵਾਰੀ ਇਸ ਤਰੀਕੇ ਨਾਲ ਨਹੀਂ ਮਿਲਦਾ ਕਿਉਂਕਿ ਤੁਹਾਡੀ ਸਿਹਤ ਨਹੀਂ ਠੀਕ, ਏਜ ਹੁੰਨੇ ਹੋ ਬਿਲਕੁਲ, ਇਹ ਚੀਜ਼ ਤੁਹਾਡੀ ਬੱਚਿਆਂ ਤੇ ਵੀ ਜਾਣੀ ਆ। ਜਦੋਂ ਉਹਨਾਂ ਨੂੰ ਲੋੜ ਪਈ ਫੋਰ ਐਗਜ਼ਾਮਪਲ ਕਿ ਜਦੋਂ ਉਹ ਆਪਦੀ ਲਾਈਫ ਸੈਟਲ ਕਰਨ ਦੀ ਸ਼ੁਰੂਆਤ ਦੇ ਵਿੱਚ ਆਏ, ਐਜੂਕੇਸ਼ਨ ਤੋਂ ਬਾਅਦ ਉਹਨਾਂ ਨੇ ਸ਼ੁਰੂਆਤ ਕਰਨੀ ਸ਼ੁਰੂ ਕੀਤੀ, ਉਹਨਾਂ ਨੇ ਘਰ ਲਿਆ, ਮੌਰਗੇਜਸ ਲਈਆਂ, ਉਸ ਵੇਲੇ ਉਹਨਾਂ ਦੀ ਲਾਇਬਿਲਿਟੀ ਕਵਰ ਕਰਨ ਵਾਸਤੇ ਉਹਨਾਂ ਨੇ ਜਦੋਂ ਇੰਸ਼ੋਰੈਂਸ ਅਪਲਾਈ ਕਰਨੀ ਆ ਤਾਂ ਇਹ ਸਾਰੀਆਂ ਚੀਜ਼ਾਂ ਜਿਹੜਾ ਅੰਡਰ ਰਾਈਟਰ ਆ ਮਹਿੰਗੀਆਂ ਹੋ ਜਾਣੀਆਂ। ਉਹਨੇ ਰਿਸਕ ਦੇਖਣਾ ਕਿ ਜੇ ਤੁਹਾਨੂੰ ਆਲਰੇਡੀ ਹੈਰੀਡਿਟਰੀ ਤੁਹਾਡੀ ਫੈਮਿਲੀ ਦੇ ਵਿੱਚ ਡਾਇਬੀਟੀਜ਼ ਹੈ, ਤੁਹਾਡੇ ਕੋਲੇਸਟ੍ਰੋਲ ਹੈ ਜਾਂ ਪੋਲੀਸਿਸਟਿਕ ਕਿਡਨੀ ਡਿਜ਼ੀਜ਼ ਆ, ਲਿਵਰ ਡਿਜ਼ੀਜ਼ ਆ, ਉਹ ਉਹਨਾਂ ਤੇ ਵੀ ਆਉਂਦਾ, ਉਹਨਾਂ ਦਾ ਵੀ ਜਾਂ ਤਾਂ ਉਹਨਾਂ ਨੂੰ ਮਹਿੰਗੀ ਇੰਸ਼ੋਰੈਂਸ ਮਿਲੇਗੀ ਜਾਂ ਹੋ ਸਕਦਾ ਉਹ ਡਿਨਾਈ ਵੀ ਹੋ ਸਕਦੇ ਨੇ। ਤੇ ਜਿਹੜਾ ਇਹ ਹੋਲ ਲਾਈਫ ਦਾ ਕਨਸੈਪਟ ਮੈਂ ਹੁਣੇ ਤੋਂ, ਕਿਉਂਕਿ ਆਪਣੇ ਕੋਲੇ ਕੈਸ਼ ਫਲੋ ਹੈ, ਜੇ ਤੁਸੀਂ ਹੁਣੇ ਤੋਂ ਸਪਲੀਮੈਂਟਰੀ ਟੂ RESP ਉਹ ਪਲਾਨ ਖੋਲ ਦਿੰਦੇ ਆ ਲਾ ਲੈਂਦੇ ਆਪਾਂ, ਤੇ ਉਹਦੇ ਵਿੱਚ ਵੀ ਸਿਰਫ ਤੁਸੀਂ 20 ਸਾਲ ਹੀ ਕੰਟਰੀਬਿਊਟ ਕਰਨਾ ਤੇ ਉਹਨਾਂ ਦੇ ਲਈ ਤੁਹਾਡੀ ਉਹ ਜਿਹੜਾ ਪਲਾਨ ਆ ਹੋਲ ਲਾਈਫ ਇੰਸ਼ੋਰੈਂਸ ਦਾ, ਉਹਦੇ ਵਿੱਚ ਕਈ ਪਰਪਸ ਉਹ ਵੀ ਸੋਲਵ ਕਰਦਾ। ਕਿਉਂਕਿ ਜੇ ਤੁਹਾਨੂੰ ਬੱਚੇ ਦੇ 20 ਸਾਲ ਦੇ ਉੱਤੇ ਜਾ ਕੇ ਸਪਲੀਮੈਂਟਰੀ ਤੁਹਾਡੇ RESP ਤੋਂ ਹੋਰ ਪੈਸੇ ਚਾਹੀਦੇ ਨੇ, ਕਿਉਂਕਿ ਜੇ ਤੁਸੀਂ ਹੁਣ ਚੰਗੀ ਕੋਈ ਡਿਗਰੀ ਲੈਣੀ ਆ ਉਹਦੇ ਉਹਨੇ ਖਰਚੇ ਵੱਧ ਨੇ ਜੀ। ਤੇ ਉਹ ਜਿਹੜੀ ਹੋਲ ਲਾਈਫ ਆ ਸਪਲੀਮੈਂਟ ਟੂ ਯੂਰ RESP ਪਲਾਨ, ਉਹ ਤੁਹਾਨੂੰ ਐਜੂਕੇਸ਼ਨ ਦੇ ਵਿੱਚ ਵੀ ਹੈਲਪ ਕਰ ਸਕਦੀ ਆ ਜੀ। ਫਿਰ ਬੱਚਿਆਂ ਨੇ ਐਜੂਕੇਸ਼ਨ ਲੈ ਲਈ, ਉਹਨਾਂ ਨੇ ਟ੍ਰਿਪ ਲੈਣਾ ਹੁੰਦਾ ਜੀ, ਕਿਉਂਕਿ ਉਹ ਕਹਿੰਦੇ ਅਸੀਂ ਐਗਜ਼ੌਸਟ ਹੋ ਗਏ ਆ 4-5 ਸਾਲ ਪੜ੍ਹ ਕੇ, ਅਸੀਂ ਬਾਹਰ ਘੁੰਮਣਾ ਫਿਰਨਾ, ਉਹਦੇ ਲਈ ਉਹ ਆਪਦੇ ਟਰੈਵਲ ਦੇ ਲਈ ਯੂਜ਼ ਕਰ ਸਕਦੇ ਨੇ। ਫਿਰ ਤੁਸੀਂ ਉਹਨਾਂ ਨੇ ਆਪਦਾ ਸੈਟਲ ਹੋਣਾ, ਮੈਰਿਜਸ ਵੈਡਿੰਗ ਬੜੀਆਂ ਐਕਸਪੈਂਸਿਵ ਹੋ ਗਈਆਂ ਨੇ, ਉਹਨੂੰ ਫੰਡਿੰਗ ਕਰ ਸਕਦੀ ਆ। ਫਿਰ ਤੁਸੀਂ ਉਹਨਾਂ ਨੇ ਘਰ ਲੈਣਾ,
ਉਹਦੇ ਵਿੱਚੋਂ ਤੁਸੀਂ ਕਰ ਸਕਦੇ ਆ ਤੇ ਲੇਟਰ ਔਨ ਤੁਸੀਂ ਉਹ ਪੈਸਾ ਉਹਨਾਂ ਦੀ ਰਿਟਾਇਰਮੈਂਟ ਵਾਸਤੇ ਵੀ ਜੋੜ ਸਕਦੇ ਆ। ਬਿਲਕੁਲ, ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਜੀ, ਇਹ ਜਿਹੜੀਆਂ ਗੱਲਾਂ ਨੇ ਜੀ, ਇਹ 1-on-1 ਵੀ ਤੁਸੀਂ ਬਰਾੜ ਸਾਹਿਬ ਦੇ ਨਾਲ ਸਕਰੀਨ ਤੇ ਦਿਖਾਏ ਜਾ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਬੜੀ ਹੀ ਕੌਨਫੀਡੈਂਸ਼ੀਅਲ ਜਿਹੜਾ ਹੈ ਜੀ ਮੀਟਿੰਗ ਕਰਕੇ ਸਕੈਜੂਲ ਕਰਕੇ ਤੁਸੀਂ ਮਿਲ ਸਕਦੇ ਹੋ ਔਰ ਤੁਹਾਡੇ ਕੋਲ ਵੀ ਆ ਸਕਦੇ ਹਨ ਇਹ ਸਰਵਿਸਿਜ਼ ਜਿਹੜੀਆਂ ਹਨ ਜੀ ਉਹਨਾਂ ਦੇ ਬਾਰੇ ਦੱਸਣ ਦੇ ਲਈ। ਸੋ ਔਰ ਇਹ ਬੜੀ ਸਿਆਣੀ ਗੱਲ ਹੋਏਗੀ ਜੇਕਰ ਤੁਸੀਂ ਆਪ ਅਤੇ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਟ੍ਰੈਸ ਫ੍ਰੀ ਰੱਖਣਾ ਚਾਹੁੰਦੇ ਹੋ, ਖਾਸ ਤੌਰ ਦੇ ਉੱਤੇ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ। ਔਰ ਬੜੀਆਂ ਸਹੂਲਤਾਂ ਜਿਹੜੀਆਂ ਹਨ ਜੀ ਇਸ ਮੁਲਕ ਦੇ ਵਿੱਚ, ਕੈਨੇਡਾ ਵਰਗੇ ਮੁਲਕ ਦੇ ਵਿੱਚ ਸਰਕਾਰਾਂ ਦਿੰਦੀਆਂ ਨੇ, ਉਸ ਦਾ ਫਾਇਦਾ ਉਠਾਉਣਾ, ਉਹਨਾਂ ਦੇ ਬਾਰੇ ਫਾਇਦਾ ਤਾਂ ਉਠਾਓਗੇ ਜੇਕਰ ਤੁਹਾਨੂੰ ਜਾਣਕਾਰੀ ਹੋਏਗੀ। ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਤੁਹਾਡਾ ਵੀ ਕੋਈ ਭੈਣ ਭਰਾ ਜਾਂ ਤੁਹਾਡੇ ਕੋਈ ਜਾਣਨ ਪਹਿਚਾਨਣ ਦੇ ਵਿੱਚ ਕੋਈ ਐਸੇ ਨੌਜਵਾਨ ਬੱਚੇ ਹਨ ਜਿਨ੍ਹਾਂ ਦੇ ਵਿਆਹ ਹੋਏ ਹਨ ਔਰ ਯੰਗ ਕਪਲਸ ਨੇ, ਤਾਂ ਤੁਸੀਂ ਕਿਰਪਾ ਕਰਕੇ ਇਸ ਚੀਜ਼ ਨੂੰ, ਬੇਸ਼ੱਕ ਜਿਹੜੇ ਮਰਜ਼ੀ ਪ੍ਰੋਵਿੰਸ 'ਚ ਰਹਿੰਦੇ ਹੋ, ਜਿਹੜੇ ਮਰਜ਼ੀ ਪ੍ਰਾਂਤ 'ਚ ਰਹਿੰਦੇ ਹੋ, ਤੁਸੀਂ ਆਪਣੇ ਉੱਥੋਂ ਦੇ ਲੋਕਲ ਐਕਸਪਰਟ ਦੇ ਨਾਲ ਗੱਲ ਕਰ ਸਕਦੇ ਹੋ। ਜੇਕਰ ਓਨਟਾਰੀਓ ਦੇ ਵਿੱਚੋਂ ਤਾਂ ਬਿਲਕੁਲ ਅਸੀਂ, ਵੈਸੇ ਤਾਂ ਮੇਰੇ ਖਿਆਲ ਤੁਹਾਡੇ ਸਾਰੇ ਆਲ ਓਵਰ ਕੈਨੇਡਾ ਹੀ ਹੋਣਗੇ। ਬਿਲਕੁਲ, ਅਸੀਂ ਜੀ BC, ਮੈਨੀਟੋਬਾ, ਅਲਬਰਟਾ ਤੇ ਓਨਟਾਰੀਓ ਨੂੰ ਸਰਵ ਕਰਦੇ ਹਾਂ। ਐਗਜ਼ੈਕਟਲੀ। ਹੁਣ ਦੇਖੋ ਤੁਹਾਨੂੰ ਟੌਪ ਰੈਂਕਸ ਨਾ ਹੀ, ਇੱਕ ਤਾਂ ਪਹਿਲਾਂ ਤਾਂ ਤੁਹਾਡਾ ਕੰਪਨੀ ਦਾ ਬੜਾ ਅੱਛਾ ਹੈ, ਸੋ ਅਸੀਂ ਇਹ ਕਹਾਂਗੇ ਕਿ ਤੁਸੀਂ ਰਾਜਪਾਲ ਬਰਾੜ ਜੀ ਹੋਰਾਂ ਦੀ ਟੀਮ ਦਾ ਜਿਹੜਾ ਹੈ ਜੀ, ਉਹਨਾਂ ਦੀ ਕਾਬਲੀਅਤ ਦਾ, ਉਹਨਾਂ ਦੀ ਐਕਸਪਰਟੀਜ਼ ਦਾ ਜ਼ਰੂਰ ਫਾਇਦਾ ਉਠਾਓ ਔਰ ਅਜਾਈ ਜਾ ਰਹੇ ਜਿਹੜੇ ਤੁਹਾਡੇ ਜਿਹੜੀ ਕਾਫੀ ਮਨੀ ਹੈ ਜਾਂ ਜਿਹੜੇ ਇੱਧਰ ਉੱਧਰ ਪੈਸੇ ਜਿਹੜੇ ਜਾ ਰਹੇ ਨੇ ਉਹਨੂੰ ਕਿਸੇ ਰਸਤੇ ਪਾਓ, ਤਾਂ ਕਿ ਇਹੀ ਜਿਹੜੇ ਤੁਹਾਡੇ ਥੋੜ੍ਹੇ ਜਿਹੇ ਡਾਲਰ ਨੇ ਅੱਗੇ ਜਾ ਕੇ ਲੱਖਾਂ ਡਾਲਰ ਬਣਨ ਅਤੇ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਔਰ ਖਾਸ ਤੌਰ ਦੇ ਉੱਤੇ ਸਟ੍ਰੈਸ ਫ੍ਰੀ ਐਜੂਕੇਸ਼ਨ। ਜਦੋਂ ਦੇਖੋ ਬਰਾੜ ਸਾਹਿਬ ਕਰਜ਼ਾ ਲੈ ਕੇ ਪੜ੍ਹਾਈ ਕੀਤੀ ਹੁੰਦੀ ਹੈ ਨਾ, ਤਾਂ ਜਿਹਨੇ ਮਾਪਿਆਂ ਨੂੰ ਵੀ ਚਿੰਤਾ ਰਹਿੰਦੀ ਹੈ ਕਿ ਬੱਚਾ ਮੁੜੂਗਾ ਕਿਵੇਂ। ਜਦੋਂ ਬੱਚੇ ਨੂੰ ਯਾਦ ਆਉਂਦਾ ਕਿ ਮੇਰੇ ਸਿਰ ਤਾਂ ਇੰਨੇ ਚੜ੍ਹ ਗਏ, ਤਾਂ ਉਹਨਾਂ ਦੇ ਲਈ ਵੀ ਬੜਾ ਮੁਸ਼ਕਲ ਹੁੰਦਾ ਹੈ। ਬਿਲਕੁਲ ਜੀ, ਹੈ ਨਾ ਜੀ। ਸਹੂਲਤ ਯੈਸ ਲੈਣੀ ਚਾਹੀਦੀ ਹੈ, ਪਰ ਜੇਕਰ ਲੋੜ ਹੋਵੇ ਤਾਂ, ਪਰ ਚੰਗਾ ਜੇਕਰ ਹੁਣੇ ਸ਼ੁਰੂ ਹੋ ਜੀ। ਬਿਲਕੁਲ ਉਹੀ ਨਾਗਰਾ ਸਾਹਿਬ, ਇਹ ਆ ਵੀ ਜਿਹੜੀ ਜਾਇਦਾਦ ਹੈ ਨਾ, ਪੈਸਾ ਹੁੰਦਾ ਵਿਚਰਨ ਵਾਸਤੇ, ਠੀਕ ਆ, ਆਪਾਂ ਸੇਵ ਕਰਦੇ ਆ, ਇਹ ਵਿਚਰਨ ਵਾਸਤੇ ਹੁੰਦਾ। ਜੇ ਤੁਸੀਂ ਅੱਜ ਕਹਿ ਦੋ ਵੀ ਬੱਚੇ ਨੂੰ ਸਭ ਤੋਂ ਵੱਡੀ ਜਾਇਦਾਦ ਤੁਸੀਂ ਕੀ ਦੇ ਸਕਦੇ ਹੋ, ਐਜੂਕੇਸ਼ਨ ਦੇ ਸਕਦੇ ਹੋ। ਉਹਨਾਂ ਦੇ ਫਿਰ ਗਵਰਨਮੈਂਟ ਤੋਂ ਇਨਸੈਂਟਿਵ ਆਇਆ, ਉਹਨੂੰ ਫਰਦਰ ਤੁਸੀਂ ਇਨਵੈਸਟ ਕਰ ਦਿਓ। ਜੇ ਤੁਸੀਂ ਕਹਿੰਦੇ ਆ ਵੀ ਮੈਂ ਐਜੂਕੇਸ਼ਨ ਨਾ ਦੇਣ ਦੀ ਬਜਾਏ ਮੈਂ ਇਹਨਾਂ ਨੂੰ ਜਾਇਦਾਦ ਬਣਾ ਦੇਵਾਂ, ਫਿਰ ਤੁਸੀਂ ਇਹ ਦੇਖੋ ਵੀ ਜਦੋਂ ਤੁਸੀਂ ਆਲਰੇਡੀ ਸੋਚ ਰਹੇ ਹੋ ਕਿ ਮੈਂ ਜੀ 1 ਜਾਂ 2 ਜਾਂ 3 ਪ੍ਰਾਪਰਟੀਆਂ, ਨਥਿੰਗ ਰੋਂਗ ਇਨ ਦੈਟ, ਬਟ ਜੇ ਉਹਨੂੰ ਉਸ ਦੀ ਸਮਝ ਨਹੀਂ ਹੋਊਗੀ ਜੀ, ਠੀਕ ਹੈ, ਕਿਵੇਂ ਸੰਭਾਲੇਗਾ? ਬਿਲਕੁਲ, ਕਿਵੇਂ ਸੰਭਾਲੇਗਾ ਉਹਨੂੰ? ਉਹਦੇ ਲਈ ਵੀ ਉਹਨੂੰ ਉਹਦੇ ਲਈ ਸੁਚੇਤ ਹੋਣਾ, ਉਹਦੇ ਕੋਲੇ ਐਜੂਕੇਸ਼ਨ ਹੋਣੀ, ਉਹਦੇ ਬਾਰੇ ਗਿਆਨ ਹੋਣਾ ਲਾਜ਼ਮੀ ਹੈ। ਤੇ ਉਹ ਜਿੰਨਾ ਹੀ ਉਹ ਪੜ੍ਹੇਗਾ ਤੇ ਕੜੇਗਾ, ਉਨਾ ਹੀ ਉਹ ਬੈਟਰ ਰਹੇਗਾ। ਲਓ ਜੀ, ਬਹੁਤ ਵਧੀਆ ਤੁਸੀਂ ਗੱਲਬਾਤ ਜਿਹੜੀ ਹੈ, ਮੈਨੂੰ ਉਮੀਦ ਹੈ ਸਾਡੇ ਦਰਸ਼ਕਾਂ ਤੱਕ ਇਹ ਸੁਨੇਹਾ ਜ਼ਰੂਰ ਪਹੁੰਚ ਗਿਆ ਹੋਏਗਾ। ਔਰ ਤੁਸੀਂ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ ਬਰਾੜ ਸਾਹਿਬ ਦਾ, 416 917 1456 ਫੋਨ ਨੰਬਰ। ਬੜੇ ਸਾਲਾਂ ਤੋਂ 22 ਸਾਲਾਂ ਤੋਂ ਸੇਮ ਨੰਬਰ ਤੁਹਾਡਾ, 23 ਸਾਲ ਤੋਂ ਸੇਮ ਨੰਬਰ ਚੱਲ ਰਿਹਾ। ਸੋ ਜਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਜਦੋਂ ਵੀ ਕਦੇ ਤੁਹਾਨੂੰ ਸਲਾਹ ਦੀ ਮਸ਼ਵਰੇ ਦੀ ਲੋੜ ਹੈ, ਤਾਂ ਅਸੀਂ ਬਰਾੜ ਸਾਹਿਬ ਨੂੰ ਤੁਹਾਡੇ ਤੱਕ ਸੁਨੇਹਾ ਲਾ ਕੇ, ਤੁਹਾਡਾ ਸੁਨੇਹਾ ਇਹਨਾਂ ਤੱਕ ਲਾ ਕੇ ਤੁਹਾਡੇ ਨਾਲ ਗੱਲ ਕਰਵਾ ਸਕਦੇ ਹਾਂ। ਸੋ ਬਰਾੜ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਜਿੱਥੇ ਬਹੁਤ ਬਹੁਤ ਧੰਨਵਾਦ। ਉੱਥੇ ਜਾਂਦੇ ਜਾਂਦੇ ਅਖੀਰ ਦੇ ਵਿੱਚ ਤੁਸੀਂ ਕੀ ਹੋਰ ਕੀ ਕਹਿਣਾ ਚਾਹੋਗੇ, ਕਿਉਂਕਿ ਛੁੱਟੀਆਂ ਹੋਣ ਵਾਲੀਆਂ ਨੇ ਬੱਚਿਆਂ ਨੂੰ ਅਗਲੇ ਮਹੀਨੇ, ਔਰ ਸਮਰ ਵੀ, ਕੈਨੇਡਾ ਦੀ ਸਮਰ ਜਿਹੜੀ ਆਪਣੇ ਆਪ ਦੇ ਵਿੱਚ ਬੜੀ ਮਸ਼ਹੂਰ ਔਰ ਬੜੀ ਵਧੀਆ ਹੁੰਦੀ ਹੈ। ਔਰ ਜਿਹੜੀ ਆ ਸੇਵਿੰਗ ਵਾਲੀ ਗੱਲ ਹੈ, ਇਹਦੇ ਚੱਲਦਿਆਂ ਅਖੀਰ 'ਚ ਕੀ ਕਹੋ? ਬਿਲਕੁਲ ਜੀ ਨਾਗਰ ਸਾਹਿਬ, ਸਾਰਿਆਂ ਨੂੰ ਹੈਵ ਅ ਸੇਫ ਹੌਲੀਡੇਜ਼। ਬੱਚਿਆਂ ਦਾ ਭਵਿੱਖ ਸਾਡਾ, ਜੇ ਅਸੀਂ ਸੋਚਦੇ ਹਾਂ ਸਾਡੇ ਨਾਲ ਉਹ ਵਿਚਰਨ, ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇ ਸਕੀਏ, ਚੰਗਾ ਪਲੇਟਫਾਰਮ ਕ੍ਰੀਏਟ ਕਰ ਸਕੀਏ, ਤਾਂ ਤੁਸੀਂ ਕਦੇ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਆ। ਕੋਈ ਵੀ ਫਾਈਨੈਂਸ, ਇੰਸ਼ੋਰੈਂਸ ਬਾਰੇ ਗੱਲਬਾਤ ਹੈ ਤਾਂ we are always well wisher and we will always guide you with the best up to date knowledge ਜੀ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ।